ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਗਿਆਨ ਧਿਆਨ ਕਿਛ ਕਰਮ ਨ ਜਾਣਾ, ਨਾਹਿਨ ਨਿਰਮਲ ਕਰਨੀ, ਸਾਧ ਸੰਗਤ ਕਹਿ ਅੰਚਲ ਲਾਵੋ, ਬੇਖਮ ਨਦੀ ਜਾਏ ਤਰਨੀ, ਸਾਧ ਸੰਗਤ ਕਹਿ ਅੰਚਲ ਲਾਵੋ, ਬੇਖਮ ਨਦੀ ਜਾਏ ਤਰਨੀ, ਦੇਵਪੁਰੀ ਮੈਂ ਗਇਓ ਆਪ ਪਰਮੇਸ਼ਰ ਪਾਇਓ, ਹਰ ਸਿੰਘਾਸਨ ਦਿਓ, ਸ਼੍ਰੀ ਗੁਰੂ ਤਹਿ ਬਿਠਾਇਓ, ਰਹੱਸ ਕੀਓ ਸੁਰਦੇਵ, ਤੋਹੇ ਜਸ ਜੈ ਜੈ ਜੰਪੈ, ਅਸੁਰ ਗਏ ਤੇ ਭਾਗ, ਪਾਪ ਤਿਨ ਭੀਤਰ ਕੰਪੈ, ਕਾਟੇ ਸੋ ਪਾਪ ਤਿਨ ਨਰੋਂ ਕੇ, ਗੁਰੂ ਰਾਮਦਾਸ ਜਿਨ ਪਾਇਓ, ਛਤਰ ਸਿੰਘਾਸਨ ਪਿਰਥਮੇ, ਗੁਰ ਅਰਜੁਨ ਕੋ ਦੇ ਆਇਓ, ਕਾਟੇ ਸੋ ਪਾਪ ਤਿਨ ਨਰੋਂ ਕੇ, ਗੁਰੂ ਰਾਮਦਾਸ ਜਿਨ ਪਾਇਓ, ਛਤਰ ਸਿੰਘਾਸਨ ਪਿਰਥਮੇ, ਗੁਰ ਅਰਜੁਨ ਕੋ ਦੇ ਆਇਓ, ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਗੌੜੀ ਮਹੱਲਾ ਪੰਜਵਾਂ। ਧੋਤੀ ਖੋਲ ਵਿਛਾਏ ਹੇਠ, ਗਰ ਤਬ ਵਾਂਗੂ ਲਾਹੇ ਪੇਟ। ਧੋਤੀ
ਧੋਤੀ ਖੋਲ ਵਿਛਾਏ ਹੇਠ, ਗਰਤਬ ਵਾਂਗੂ ਲਾਹੇ ਪੇਟ। ਬੇਨ ਕਰ ਤੂਤੀ ਮੁਕਤ ਨਾ ਪਾਈਐ, ਮੁਕਤ ਪਦਾਰਥ ਨਾਮ ਧਿਆਈਐ। ਰਹਾਉ ਪੂਜਾ ਤਿਲਕ ਕਰਤ ਇਸ਼ਨਾਨਾ, ਸ਼ੂਰੀ ਕਾਢ ਲੇਵੈ ਹੱਥ ਦਾਨਾ। ਵੇਦ ਪੜ੍ਹੈ ਮੁਖ ਮੀਠੀ ਬਾਣੀ, ਜੀਆਂ ਕੋਹਤ ਨਾ ਸੰਗੈ ਪ੍ਰਾਣੀ। ਕਹੋ ਨਾਨਕ ਜਿਸ ਕਿਰਪਾ ਧਾਰੈ, ਹਿਰਦਾ ਸ਼ੁੱਧ ਬ੍ਰਹਮ ਵਿਚਾਰੈ। ਕਹੋ ਨਾਨਕ ਜਿਸ ਕਿਰਪਾ ਧਾਰੈ, ਹਿਰਦਾ ਸ਼ੁੱਧ ਬ੍ਰਹਮ ਵਿਚਾਰੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗ ਹੋ ਜੁਗ ਅਟਲ, ਚਵਰ ਛਤਰ ਤਖਤ ਦੇ ਮਾਲਕ, ਬਾਣੀ ਕੇ ਬੋਹਿਤ, ਮਿਹਰਾਂ ਦੇ ਸਾਈਂ, ਬਖਸ਼ਿਸ਼ਾਂ ਦੇ ਭੰਡਾਰ, ਵਾਲੀਏ ਕੁਲ ਆਲਮ, ਰਾਜ਼ਾਨ ਰਾਜ, ਪਾਨਾਨ ਪਾਨ, ਦੇਵਾਨ ਦੇ, ਉਪਮਾ ਮਹਾਨ। ਧੰਨ 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 ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਮਹਾਰਾਜ ਦੀ ਪਾਵਨ ਪਵਿੱਤਰ ਮੁਕੱਦਸ ਗੋਦ ਅੰਦਰ ਹਾਜ਼ਰੀਨ ਹੋਏ ਬੈਠੇ ਗੁਰੂ ਸਵਾਰੇ ਸਤਸੰਗੀ ਜਨੋ, ਵਡਭਾਗੇ ਹਾਂ ਭਾਈ ਗੁਰਦੇਵ ਨੇ ਇਹ ਸਤਸੰਗ ਦੀਆਂ ਘੜੀਆਂ ਬਖਸ਼ਿਸ਼ ਕੀਤੀਆਂ ਨੇ। ਬਹੁਤ ਹੀ ਰਸਭਿੰਨੀ ਆਵਾਜ਼ ਦੇ ਵਿੱਚ ਗੁਰੂ ਦਰਬਾਰ ਦੇ ਹਜ਼ੂਰੀ ਰਾਗੀ ਜਥੇ ਅਤੀ ਸਤਿਕਾਰਯੋਗ ਵੀਰ ਭਾਈ ਗੁਰਪ੍ਰੀਤ ਸਿੰਘ, ਭਾਈ ਜਗਤਾਰ ਸਿੰਘ, ਭਾਈ ਪਰਮਜੀਤ ਸਿੰਘ, ਤਿੰਨਾਂ ਦੇ ਸਮੁੱਚੇ ਰਾਗੀ ਜਥੇ ਪਾਸੋਂ ਇਲਾਹੀ ਬਾਣੀ ਦੇ ਕੀਰਤਨ ਦਾ ਆਨੰਦ ਮਾਣਿਆ ਹੈ। ਭਾਈ ਸਾਹਿਬ ਹੋਰੀ ਸ਼ਬਦ ਸਰਵਣ ਕਰਵਾ ਰਹੇ ਸਨ। ਜੇ ਲੋੜੈ ਸਦਾ ਸੁਖ ਪਾਈ। ਮੇਰੇ ਖਿਆਲ ਦੇ ਵਿੱਚ ਸਾਡਾ ਸਾਰਿਆਂ ਦਾ ਇਹਨਾਂ ਮੁਲਕਾਂ ਦੇ ਵਿੱਚ ਚੱਲ ਕੇ ਆਉਣਾ, ਸਵੇਰ ਤੋਂ ਲੈ ਕੇ ਸ਼ਾਮ ਤੱਕ ਅਣਥੱਕ ਮਿਹਨਤ ਕਰਨਾ, ਹਾਰਡ ਵਰਕ ਕਰਨਾ, ਤੇ ਕਿਸੇ ਪੜ੍ਹੇ ਲਿਖੇ ਜਾਂ ਅਣਜਾਣ ਬੰਦੇ ਕਿਸੇ ਨੂੰ ਵੀ ਸਵਾਲ ਕਰ ਲਈਏ ਵੀ ਪਿੱਛੇ ਮਕਸਦ ਕੀ ਹੈ, ਤੇ ਜਵਾਬ ਇਹੋ ਹੀ ਆਏਗਾ ਜੀ, ਜੀਵਨ ਸੁਖੀ ਹੋ ਜਾਏਗਾ, ਜੀਵਨ ਸੌਖਾ ਹੋ ਜਾਏਗਾ। ਤੇ ਜੇ ਕੋਈ ਸਾਨੂੰ ਇਸ ਤੋਂ ਅਗਲਾ ਸਵਾਲ ਕਰਦੇ ਵੀ ਸਾਡੇ ਇਸ ਅਮਲ ਨਾਲ ਜਾਂ ਸਾਡੀ ਇਸ ਪ੍ਰੈਕਟਿਸ ਦੇ ਨਾਲ ਸੱਚੀ ਮੁੱਚੀ ਕਿਸੇ ਦਾ ਜੀਵਨ ਸੁਖੀ ਹੋਇਆ ਹੈ, ਤੇ ਗੁਰੂ ਪਿਆਰੀ ਸਾਧ ਸੰਗਤ, ਮੇਰੇ ਗੁਰੂ ਗ੍ਰੰਥ ਸਾਹਿਬ ਨੇ ਇਹ ਗੱਲ ਬੜੇ ਸਾਫ਼ ਲਫ਼ਜ਼ਾਂ ਦੇ ਵਿੱਚ ਆਖੀ ਹੈ। ਪਹਿਲੀ ਗੱਲ ਤੇ ਸੁੱਖ ਹੈਗਾ, ਦੂਜੀ ਗੱਲ ਜਿੱਥੇ ਆਪਾਂ ਲੱਭਣੇ ਪਏ ਆ ਉੱਥੇ ਨਹੀਂ ਹੈਗਾ। ਸ਼ਾਇਦ ਤੁਸੀਂ ਹੈਰਾਨ ਰਹਿ ਜੋ ਸੁਣ ਕੇ, ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਮਹਾਰਾਜ ਦੇ ਬੜੇ ਮੁਬਾਰਕ ਬੋਲ ਨੇ,
महाराज कहंदा भी बंदा सुख वास्ते किन्ना जोर लाउंदा है, पर हैरानगी उस वेले है तुहानू जिंदगी च कोई बंदा लभ्या होवे, मिलिया होवे, जां किसी ने ये अखर ही बोले होण भी मैं भाई दुख लभण चलिया, जां मैनू किन्ना चेर हो गया मैनू दुख नहीं मिलिया ते मैं दुख की भाल विच हां। जिन्हों लभण नहीं गया वो ऐटोमैटिकली साडी जिंदगी दे विच आ गया है, ते जिन्हों लभने पे आ, जिहदे लई उद्यम करते पे आ, वो है नहीं। ते बोल गुरु ग्रंथ साहब दे ने। महाराज कहन लगे सुख के हेत बहुत दुख पावत। हेत का मतलब है जी वास्ते, सुखां दे वास्ते बंदा सगों होर दुख अडॉप्ट कर लैंदा है, धारण कर लैंदा है, जां ठेठ पंजाबी दे विच आखीए सहेड़ लैंदा है। सुख के हेत बहुत दुख पावत, सेव करत जन जन की द्वारे द्वार। सवान ज्यों डोलत, सवान कहते हैं जी कूकर नूं, नै सुध राम भजन की। मैं बहुता लमकावा ना, अज जिहड़े शब्द का पाठ गौड़ी राग दे विच गुरु अर्जन साहब पातशाह जी महाराज ने बख्शिश किया है, गुरु प्यारी साध संगत, मेरे ख्याल दे विच जिन्ने आपां गुरु दरबार च सज बैठे आ, जां जिन्नी संगत घरां दे विच मीडिया के माध्यम दे राही गुरबाणी विचार नूं सरवण कर रही है, किन्ने सारे सवालों के जवाब ने जड़े अज दे शब्द विच मेरे दाते ने इस संसार दे सन्मुख रखे। सच्ची मुच्ची धार्मिक अमल दे विच ते कर्म कांड दे विच किन्ना कु वड्डा फर्क है, किड्डा वड्डा वखरेवा है। ते सानू ओपरी अख नाल वेखिया किवें पता लगे भी ये बंदा धर्मी है जां पखंड कर रहा है। गुरु साहब ने अपने वेले अप्रॉक्सीमेटली 250 सालों तो वधेरे का समा है, खास तौर के उत्ते भाई मक्खन शाह लुबाणा जी द्वारा संसार नूं ये गल कहना गुरु लाधो रे, गुरु लाधो रे। सिख दे जीवन का वो शिखर है, सिख दे जीवन का वो मरातबा है भी भाई किसे भरम दे विच पिया जे ना सच आए ते कच आए। ना ही पखंडियां दी उदों कमी कोई कमी सी, ना ही पखंडियां दी अज कोई कमी है, पर जिहदी सुरत विच गुरु दा शब्द है, मैं जड़ा कीर्तन भाई साहब होरां ने शब्द रूप विच पढ़िया सी ओदी अगली पंक्ति कह के ते अज दे शब्द वल आउणा है। हजूर कहन लगे जे लोड़ है सदा सुख पाई, साधु संगत गुरै बताई। जे भाई गुरु रूप साधु की संगत विच आ जाएगा, गुरु तेरी झोली विच सदीवी सुख पा देगा। हजूर दे बड़े पवित्र बचन ने, जदों आपां कहने आ जे सुख को चाहे सदा, सच्चे पातशाह जी महाराज करिए की, ते हजूर कहन लगे इको काम है शरण राम की ले। जड़ा साडा अज दा रहाओ वाला बंद है, बेन करतूती मुकत ना पाई है। गुरु प्यारी साध संगत, रहाओ वाले बंद विच 2 वारी मुकत लफज आया है। इनू इथों की बोली विच जड़ा लफज है वो कहते ने सालवेशन। गुरु ग्रंथ साहब दे विच मुक्ति का कंसैप्ट की है, संकल्प की है, इस नुकते नू अगले 5-7 मिनटां दे विच आपां विचारन की कोशिश करनी है। एक जदों आपां मुकत लफज साडे सन्मुख आउंदा है ते एक पिक्चर बनती है भी ये जड़ी गल है ये मरण तो बाद दी हो रही है। पर जदों आपां गुरु ग्रंथ साहब की पावन पवित्र बाणी नाल जुड़ने आ ते फिर भाई मेरे हजूर साडे सन्मुख नवें किस्म का जड़ा ख्याल है वो प्रगट करते हैं।
ਤੇ ਮੈਂ ਤੁਹਾਨੂੰ ਪਹਿਲਾਂ ਕਿਹਾ ਹੈ ਵੀ ਅੱਜ ਦੇ ਸ਼ਬਦ ਵਿੱਚ ਮੇਰੇ ਗੁਰੂ ਗ੍ਰੰਥ ਸਾਹਿਬ ਨੇ ਬੜੇ ਹੀ ਕਮਾਲ ਦੀ ਕਿਰਪਾ ਕੀਤੀ ਹੈ। ਪਤਾ ਨਹੀਂ ਕਿੰਨੇ ਗੁਰਮੁਖ ਪਿਆਰਿਆਂ ਦੇ ਮਨਾਂ ਵਿੱਚ ਸਵਾਲ ਹੋਣਗੇ, ਕੱਚ ਕੀ ਹੈ, ਸੱਚ ਕੀ ਹੈ, ਧਰਮ ਕੀ ਹੈ, ਪਖੰਡ ਕੀ ਹੈ, ਕਰਮ ਕਾਂਡ ਕੀ ਹੈ, ਤੇ ਇਸ ਗੱਲ ਦਾ ਸਾਨੂੰ ਪਤਾ ਕਿਵੇਂ ਲੱਗੇ, ਅਹਿਸਾਸ ਕਿਵੇਂ ਹੋਵੇ। ਤੇ ਇਸ ਸਾਰੇ ਨੁਕਤੇ ਨੂੰ ਹੀ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਮਹਾਰਾਜ ਨੇ ਅੱਜ ਇਸ ਸੰਸਾਰ ਦੇ ਵਿੱਚ ਪ੍ਰਗਟ ਕੀਤਾ ਹੈ, ਉਜਾਗਰ ਕੀਤਾ ਹੈ। ਤੇ ਮੇਰੀ ਬੇਨਤੀ ਤੁਹਾਡੇ ਚਰਨਾਂ ਵਿੱਚ ਇਹ ਹੈ, ਸਮਾਂ ਬਿਲਕੁਲ ਮਿਥਿਆ ਹੋਇਆ ਹੈ, ਇਕਾਗਰਤਾ ਬਖਸ਼ਿਆ ਜੀ। ਗੁਰੂ ਪਿਆਰੀ ਸਾਧ ਸੰਗਤ, ਜਦੋਂ ਆਪਾਂ ਸੁਖਮਣੀ ਸਾਹਿਬ ਦਾ ਪਾਠ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਪੜ੍ਹਦੇ ਹਾਂ ਤੇ ਮੇਰੇ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਮਹਾਰਾਜ ਨੇ ਮੁਕਤੀ ਨੂੰ ਲੈ ਕੇ ਜਿਹੜਾ ਸੰਕਲਪ ਸੰਸਾਰ ਦੇ ਸਨਮੁਖ ਉਜਾਗਰ ਕੀਤਾ, ਬੰਦੇ ਦੇ ਸੁਣ ਕੇ ਪੈਰਾਂ ਥੱਲੋਂ ਜ਼ਮੀਨ ਖਿਸਕ ਗਈ। ਤੇ ਮੈਂ ਇਹ ਬਚਨ ਸਿਰਫ ਤਾਂ ਆਪ ਜੀ ਦੇ ਸਨਮੁਖ ਰੱਖ ਰਿਹਾ, ਮੈਨੂੰ ਲੱਗਦਾ ਹੈ ਵੀ ਤੁਹਾਨੂੰ ਇਹ ਜ਼ਬਾਨੀ ਚੇਤੇ ਹੋਣਗੇ। ਜਿਨ੍ਹਾਂ ਨੂੰ ਯਾਦ ਨੇ ਜ਼ਰੂਰ ਕਿਰਪਾ ਕਰਿਆ ਜੇ। ਪਾਠ ਦੀ ਪ੍ਰਾਰੰਭਤਾ ਹੁੰਦੀ ਹੈ ਤੇ ਮੇਰੇ ਸਾਹਿਬ ਬਖਸ਼ਿਸ਼ ਕਰਦੇ ਨੇ, ਕਹਿਣ ਲੱਗੇ ਸਿੱਖਾ ਪਹਿਲੀ ਗੱਲ, ਪ੍ਰਭ ਕੀ ਆਗਿਆ ਆਤਮ ਹਿਤਾਵੈ। ਹਿਤਾਵੇ ਦਾ ਮਤਲਬ ਹੈਗਾ ਚੰਗੀ ਲੱਗਦੀ ਹੈ। ਬੰਦੇ ਦਾ ਮਨ ਰੱਬੀ ਰਜ਼ਾ ਦੇ ਵਿੱਚ, ਰੱਬੀ ਭਾਣੇ ਦੇ ਵਿੱਚ, ਰੱਬੀ ਹੁਕਮ ਦੇ ਵਿੱਚ ਆ ਜਾਂਦਾ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਜਿਹਦਾ ਮਨ ਰੱਬੀ ਰਜ਼ਾ ਦੇ ਵਿੱਚ ਆ ਗਿਆ, ਸਾਧ ਸੰਗਤ ਇਸ ਗੱਲ 'ਚ ਤੇ ਭੁਲੇਖਾ ਨਹੀਂ ਨਾ ਹੈਗਾ। ਜਦੋਂ ਹਜ਼ੂਰ ਨੇ ਕਿਹਾ ਸੋ ਸਿੱਖ ਸਖਾ ਬੰਦਪ ਹੈ ਭਾਈ, ਮਹਾਰਾਜ ਕੌਣ? ਤੇ ਇੱਕੋ ਗੱਲ ਆਖੀ ਹਜ਼ੂਰ ਨੇ, ਜੇ ਗੁਰ ਕੇ ਭਾਣੇ ਵਿੱਚ ਆਵੇ। ਭਾਣੇ ਲਫ਼ਜ਼ ਦੇ ਅਖਰੀ ਅਰਥ ਨੇ ਰਜ਼ਾ, ਹੁਕਮ, ਮਾਲਕ ਦਾ ਬਣਾਇਆ ਹੋਇਆ ਵਿਧੀ ਵਿਧਾਨ, ਰਜ਼ਾ। ਕੋਈ ਅੱਖਰ ਇਹਦੇ ਲਈ ਆਪਾਂ ਵਰਤ ਸਕਦੇ ਹਾਂ। ਅਗਲੀ ਬੇਨਤੀ, ਸੱਚੇ ਪਾਤਸ਼ਾਹ ਜੀ ਮਹਾਰਾਜ, ਜੇ ਕੋਈ ਮੇਰੇ ਵਰਗਾ ਆਪਣੀ ਮੌਜ ਵਿੱਚ ਰਹਿਣਾ ਚਾਹੁੰਦਾ ਹੈ, ਹਜ਼ੂਰ ਕਹਿਣ ਲੱਗੇ ਫਿਰ ਜ਼ਿੰਦਗੀ ਦੇ ਵਾਧੇ ਘਾਟੇ ਦੀ ਰਿਸਪੌਂਸਿਬਿਲਟੀ ਵੀ ਤੇਰੀ ਹੈ, ਫਿਰ ਭਾਈ ਮੈਂ ਜ਼ਿੰਮੇਵਾਰ ਨਹੀਂ। ਹਾਂ, ਇੱਕ ਗੱਲ ਮੈਂ ਧਾਰਮਿਕ ਜਗਤ ਦੇ ਵਿੱਚ ਵਿਚਰਦਿਆਂ ਮਹਿਸੂਸ ਜ਼ਰੂਰ ਕੀਤੀ ਹੈ। ਹਰ ਬੰਦਾ ਆਪਣੇ ਆਪ ਨੂੰ ਸਪੈਸ਼ਲ ਸਮਝਦਾ ਹੈ, ਮੰਨਦਾ ਹੈ, ਤੇ ਮੇਰੇ ਖਿਆਲ ਦੇ ਵਿੱਚ ਇਹ ਗੱਲ ਗਲਤ ਨਹੀਂ ਹੈਗੀ। ਜੋ ਕੁਦਰਤ ਨੇ ਬਣਾਇਆ, ਵਧੀਆ ਬਣਾਇਆ, ਚੰਗਾ ਬਣਾਇਆ, ਨਵੇਕਲਾ ਬਣਾਇਆ, ਸਪੈਸ਼ਲ ਬਣਾਇਆ। ਪਰ ਜਦੋਂ ਸਾਡੇ ਮਾਈਂਡ ਸੈੱਟ ਦੇ ਮੁਤਾਬਕ ਕੁਝ ਨਹੀਂ ਵਾਪਰਦਾ ਤੇ ਫਿਰ ਸਾਨੂੰ ਲੱਗਦਾ ਹੈ ਵੀ ਰੱਬਾ ਤੂੰ ਮੇਰੇ ਨਾਲ ਹੀ ਐਵੇਂ ਕਰਨੀ ਸੀ, ਘੱਟੋ ਘੱਟ ਮੇਰੇ ਨਾਲ ਤੇ ਏਦਾਂ ਨਾ ਕਰਦਾ। ਤੇ ਜਦੋਂ ਇਹ ਸਵਾਲ ਅਸੀਂ ਉਜ਼ਰ ਰੂਪ ਦੇ ਵਿੱਚ ਗੁਰੂ ਦੇ ਸਨਮੁਖ ਲੈ ਕੇ ਆਉਨੇ ਆ, ਤੇ ਸਭ ਨਾਲੋਂ ਛੋਟੀ ਉਮਰ ਦਾ ਇੱਕ ਖਿਡਾਰੀ ਹੋਇਆ ਜੀ, ਜਿਸ ਨੇ ਟੈਨਿਸ ਦੇ ਵਿੱਚ ਪੂਰੇ ਸੰਸਾਰ ਦੇ ਵਿੱਚ ਆਪਣੇ ਆਪ ਨੂੰ ਜੇਤੂ ਕਰਾਰ ਕਰਵਾਇਆ। ਕੁਝ ਸਾਲ ਲੰਘੇ ਤੇ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਦੇ ਨਾਲ ਉਹ ਪੀੜਤ ਹੋ ਗਿਆ। ਸਾਰੇ ਭੈਣਾਂ ਭਰਾ ਸਾਕ ਸੰਬੰਧੀ ਵੀ ਐਡਾ ਵੱਡਾ ਖਿਡਾਰੀ, ਐਡੀ ਫਿਜ਼ੀਕਲ ਫਿਟਨੈਸ ਤੇ ਹੱਦ ਹੋ ਗਈ ਵੀ ਇਹ ਬਿਮਾਰੀ ਇਹਦੇ ਹਿੱਸੇ ਹੀ ਆਉਣੀ ਸੀ। ਸਾਡੇ ਮੁਲਕ ਦਾ ਨਾਂ ਇਹਨੇ ਰੋਸ਼ਨ ਕੀਤਾ। ਤੇ ਜਦੋਂ ਪੱਤਰਕਾਰਾਂ ਨੇ ਉਸ ਖਿਡਾਰੀ ਨੂੰ ਇਹ ਸਵਾਲ ਕੀਤਾ ਵੀ ਤੇਰੇ ਨਾਲ ਬਹੁਤ ਮਾੜਾ ਹੋਇਆ, ਐਵੇਂ ਨਹੀਂ ਸੀ ਹੋਣਾ ਚਾਹੀਦਾ, ਉਹਦਾ ਜਵਾਬ ਬੜਾ ਪਾਏਦਾਰ ਸੀ। ਉਹ ਕਹਿਣ ਲੱਗਾ 200 ਦੇ ਨੇੜੇ ਸੰਸਾਰ ਦੇ ਵਿੱਚ ਮੁਲਕ ਨੇ। ਕਿੰਨੀ ਪਾਪੂਲੇਸ਼ਨ ਹੈ ਸੰਸਾਰ ਦੀ, ਹਰ ਮੁਲਕ ਦੇ ਵਿੱਚ ਇਹ ਖੇਡ ਖੇਡੀ ਜਾਂਦੀ ਹੈ। ਮੈਂ ਅੱਜ ਕਿਹੜੀ ਜ਼ੁਬਾਨ ਨਾਲ ਰੱਬ ਦੇ ਸਨਮੁਖ ਇਤਰਾਜ਼ ਕਰਾਂ, ਉਜਰ ਕਰਾਂ, ਜਦੋਂ ਸੰਸਾਰ ਭਰ ਦੇ ਖਿਡਾਰੀਆਂ ਦੇ ਵਿੱਚ ਰੱਬ ਨੇ ਮੈਨੂੰ ਸਪੈਸ਼ਲ ਜਾਣ ਕੇ ਜੇਤੂ ਕਰਾਰ ਕਰਵਾਇਆ। ਤੇ ਜੇ ਮੈਂ ਸਪੈਸ਼ਲ ਬੰਦਾ ਤੇ ਸਪੈਸ਼ਲ ਬੰਦੇ ਵਾਸਤੇ ਬਿਮਾਰੀ ਕੋਈ ਸਧਾਰਨ ਥੋੜਾ ਹੋਵੇਗੀ, ਬਿਮਾਰੀ ਵੀ ਫੇਰ ਸਪੈਸ਼ਲ ਹੀ ਆਉਣੀ।
ਤੇ ਉਹਦਾ ਜਵਾਬ ਸੁਣ ਕੇ ਅੱਜ ਤੱਕ ਸੰਸਾਰ ਦੀਆਂ ਅਖਬਾਰਾਂ ਦੇ ਵਿੱਚ, ਸੁਰਖੀਆਂ ਦੇ ਵਿੱਚ ਇਹ ਗੱਲ ਚਰਚਾ ਦਾ ਵਿਸ਼ਾ ਬਣੀ ਹੈ ਵੀ ਜੇ ਭਾਈ ਚੰਗਾ ਮਿਲਿਆ ਉਹਦਾ ਸ਼ੁਕਰਾਨਾ ਹੈ, ਤੇ ਜੇ ਸਾਡੇ ਮਾਈਂਡ ਸੈਟ ਤੋਂ ਉਲਟ ਕੁਝ ਹੋ ਗਿਆ ਤੇ ਫਿਰ ਗਿਲਾ ਸ਼ਿਕਵਾ ਤੇ ਨਾਰਾਜ਼ਗੀ ਨਹੀਂ ਹੈ, ਸ਼ੁਕਰਾਨਾ ਫੇਰ ਵੀ ਹੈ। ਤੇ ਗੁਰੂ ਪਿਆਰੀ ਸਾਧ ਸੰਗਤ, ਮੇਰੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਜਿਹੜਾ ਬੰਦਾ ਸੁੱਖ ਤੇ ਦੁੱਖ ਵੇਲੇ ਰੱਬ ਨੂੰ ਨਹੀਂ ਭੁਲਾਉਂਦਾ ਤੇ ਵਕਤ ਨੇ, ਸਮੇਂ ਨੇ ਤੇ ਲੰਘ ਜਾਣਾ ਹੁੰਦਾ ਹੈ। ਐਵੇਂ ਨਹੀਂ ਹੈਗਾ ਵੀ ਰਾਤ ਹਮੇਸ਼ਾ ਸਦੀਵ ਹੈ, ਵੀ ਉਹਨੇ ਕਦੇ ਸੂਰਜ ਨੇ ਆਣਾ ਹੀ ਨਹੀਂ। ਰਾਤ ਦਾ ਟਾਈਮ ਹੈ। ਰਾਤ ਮੀਨਸ ਜਿਹੜਾ ਸਾਡੇ ਮਾਈਂਡ ਸੈਟ ਦੇ ਮੁਤਾਬਕ ਸਮਾਂ ਨਹੀਂ ਹੈਗਾ। ਤੁਸੀਂ ਉਹਨੂੰ ਚੰਗਾ ਆਖੋ, ਤੁਸੀਂ ਉਹਨੂੰ ਮਾੜਾ ਆਖੋ, ਉਹ ਸਾਡੇ ਮੁਤਾਬਕ ਮਾੜਾ ਹੋ ਸਕਦਾ ਹੈ ਪਰ ਕੁਦਰਤ ਦੇ ਮੁਤਾਬਕ ਮਾੜਾ ਨਹੀਂ। ਮੈਂ ਜਿੱਥੋਂ ਬੇਨਤੀ ਪ੍ਰਾਰੰਭ ਕੀਤੀ ਸੀ, ਮੁਕਤੀ ਦਾ ਸੰਕਲਪ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜੀ ਗੱਲ ਆਪਾਂ ਸੋਚਨੇ ਆ ਭਾਈ ਉਸ ਤਰ੍ਹਾਂ ਨਹੀਂ ਹੈ। ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਨੇ ਮੁਕਤੀ ਜਿਉਂਦੇ ਜੀ ਹੈ, ਸਰੀਰ ਦੇ ਵਿੱਚ ਰਹਿੰਦੇ ਆ। ਤੇ ਮੇਰਾ ਤੁਹਾਨੂੰ ਵੀ ਸਵਾਲ ਹੈ ਵੀ ਜੇ ਇਸ ਤਰ੍ਹਾਂ ਦਾ ਇੱਕ ਵੀ ਬੰਦਾ ਦੁਨੀਆ 'ਚ ਮਿਲਿਆ ਹੋਵੇ ਤੇ ਮੇਰੇ ਗਿਆਨ 'ਚ ਵੀ ਵਾਧਾ ਕਰਿਆ ਜੀ। ਪਾਠ ਕੀ ਹੈ? ਹਜ਼ੂਰ ਕਹਿਣ ਲੱਗੇ ਪ੍ਰਭ ਕੀ ਆਗਿਆ ਆਤਮ ਹਿਤਾਵੈ, ਜੀਵਨ ਮੁਕਤ ਸੋ ਕਹਾਵੈ। ਅੱਗੇ ਉਹਦੀਆਂ ਨਿਸ਼ਾਨੀਆਂ ਦਸੀਆਂ ਨੇ ਜੀ, ਤੈਸਾ ਹਰਖ ਤੈਸਾ ਉਸ ਸੋਗ। ਦੱਸੋ ਵੀ ਕਿਹੜਾ ਬੰਦਾ ਹੈ ਜਿਹੜਾ ਘਰ ਨਿਆਣਾ ਜੰਮੇ, ਕਈ ਸਾਲਾਂ ਬਾਅਦ ਜੰਮੇ ਤੇ ਖੁਸ਼ੀ ਵਿੱਚ ਬੌਰਾ ਨਾ ਹੋਵੇ। ਤੇ ਜੇ ਘਰੋਂ ਕੋਈ ਜੀ ਚੜ੍ਹਾਈ ਕਰ ਜਾਏ ਤੇ ਅੱਖਾਂ ਦੇ ਵਿੱਚੋਂ ਪਾਣੀ ਨਾ ਵਗੇ। ਮੈਨੂੰ ਮਾਫ ਕਰਿਆ ਜੀ, ਮੈਂ ਵੱਖਰੀ ਜੀ ਗੱਲ ਕਹਿਣ ਲੱਗਾ। ਕਿੰਨੇ ਜੀ ਨੇ ਜਿਹੜੇ ਪਿਛਲੇ ਹਫ਼ਤੇ ਵਿੱਚ ਸਾਡੇ ਨਾਲੋਂ ਵਿਛੜ ਗਏ, ਸੀਰੀਆ ਦੇ ਵਿੱਚ, ਟਰਕੀ ਦੇ ਵਿੱਚ। ਸਾਡਾ ਆਪਣਾ ਉਹਨਾਂ ਵਿੱਚ ਕੋਈ ਨਹੀਂ ਸੀ, ਸਿਰਫ ਸਾਡੇ ਵਾਸਤੇ ਉਹ ਖਬਰ ਸੀ, ਨਿਊਜ਼ ਸੀ। ਪਰ ਅੱਜ ਦੇ ਦਿਨ ਹੀ ਸਿੱਖ ਕੌਮ ਦਾ ਯੋਧਾ, ਸ਼ੂਰਬੀਰ, ਬਹਾਦਰ, ਮੇਰੇ ਖਿਆਲ ਦੇ ਵਿੱਚ ਮੈਂ ਆਪਣੀ ਹਯਾਤੀ ਦੇ ਵਿੱਚ ਕਿਸੇ ਸੱਜਣ ਵਾਸਤੇ ਸੰਸਾਰ ਭਰ ਦੇ ਲੋਕਾਂ ਨੂੰ ਇੰਨਾ ਰੋਂਦਾ ਨਹੀਂ ਵੇਖਿਆ ਜਿੰਨਾ ਭਾਈ ਸੰਦੀਪ ਸਿੰਘ ਦੇ ਵਰੀ ਸਿੱਖ ਨੌਜਵਾਨ ਰੋਏ ਨੇ। ਉਹਦੀ ਭਾਵਨਾ ਕੈਸੀ ਸੀ, ਉਹਦੇ ਬੋਲ ਕੈਸੇ ਸੀ, ਉਹ ਹਰੇਕ ਦੇ ਮਨ ਨੂੰ ਕਲਿੱਕ ਕਰਦੇ ਸੀ। ਮੇਰੇ ਖਿਆਲ ਦੇ ਵਿੱਚ ਪਿਛਲੇ ਸਾਲ ਵੀ ਇਹਨਾਂ ਦਿਨਾਂ ਦੇ ਵਿੱਚ ਦਾਸ ਇੱਥੇ ਹੀ ਆ ਤੇ ਕਿੰਨੇ ਹਜ਼ਾਰਾਂ ਫੋਨ ਮੈਨੂੰ ਆਏ ਭੈਣਾਂ ਦੇ ਰੋਂਦਿਆਂ ਦੇ, ਵੀਰਾਂ ਦੇ ਰੋਂਦਿਆਂ ਦੇ, ਵੀ ਅਜੇ ਉਹਨੂੰ ਨਹੀਂ ਸੀ ਜਾਣਾ ਚਾਹੀਦਾ, ਇਸ ਤਰ੍ਹਾਂ ਨਹੀਂ ਸੀ ਹੋਣਾ ਚਾਹੀਦਾ। ਬਸ ਮੇਰੀ ਇੱਕ ਗੱਲ ਚੇਤੇ ਰੱਖਿਆ ਜੇ, ਇਹ ਭੁੱਲ ਨਾ ਜਾਇਆ ਜੇ ਵੀ ਅਹਿਮਦ ਸ਼ਾਹ ਅਬਦਾਲੀ ਤੇ ਮੀਰ ਮੰਨੂ ਨੇ ਸਿੱਖਾਂ ਦੇ ਸਿਰਾਂ ਦੇ ਮੁੱਲ ਪਾਏ। ਅੱਜ ਵੀ ਜੇ ਕੋਈ ਪੰਜਾਬ ਦੀ ਗੱਲ ਕਰੇਗਾ ਤੇ ਉਹਦੇ ਸਿਰ ਦਾ ਮੁੱਲ ਕੌਮ ਨੂੰ ਤਾਰਨਾ ਪਏਗਾ। ਉਹ ਭਾਵੇਂ ਕੋਈ ਕਲਮ ਹੋਵੇ, ਭਾਵੇਂ ਕੋਈ ਖਿਡਾਰੀ ਹੋਵੇ, ਭਾਵੇਂ ਕੋਈ ਅਦਾਕਾਰ ਹੋਵੇ। ਜਦੋਂ ਤੁਸੀਂ, ਤੇ ਇਹ ਗੱਲਾਂ ਪ੍ਰਤੀਕ ਨੇ ਇਸ ਗੱਲ ਦੀਆਂ। ਮੈਂ ਸਿੱਧੀ ਜੀ ਗੱਲ ਆਖਾਂ, ਸਿਆਣੇ ਸੱਜਣ ਤੁਸੀਂ ਬੈਠੇ ਹੋ, ਮੈਨੂੰ ਦੱਸੋ ਵੀ ਹਕੂਮਤ ਹੈ ਜਿਹੜੀ ਹੋਰ ਸਿੱਖ ਕੌਮ ਨਾਲ ਕੀ ਕਰੇ ਵੀ ਸਾਡੇ ਬੰਦੇ ਮੰਨ ਜਾਣ ਵੀ ਅਸੀਂ ਗੁਲਾਮ ਹਾਂ। ਵੀ ਇਸ ਤੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਉਹਨਾਂ ਨੇ ਕਰਤੀ, ਦਰਬਾਰ ਸਾਹਿਬ ਤੇ ਹਮਲਾ ਉਹਨਾਂ ਨੇ ਕਰਤਾ। ਇਨਸਾਫ ਵਾਸਤੇ ਸਾਡੇ ਬਜ਼ੁਰਗ ਅਦਾਲਤਾਂ ਤੋਂ ਬਾਹਰ ਟੱਕਰਾਂ ਮਾਰਦੇ ਦਰਖਤ ਬਣ ਗਏ, ਸੁੱਕ ਗਏ, ਕੋਈ ਫਰਿਆਦ ਨਹੀਂ, ਕੋਈ ਪੁਕਾਰ ਨਹੀਂ। ਤੇ ਮੇਰਾ ਸਾਧ ਸੰਗਤ ਅੱਜ ਇਹ ਵਿਸ਼ਾ ਨਹੀਂ, ਐਤਵਾਰ ਦੁਪਹਿਰ ਦੇ ਦੀਵਾਨ ਵਿੱਚ ਇਸ ਸਾਰੇ ਨੈਰੇਟਿਵ ਬ੍ਰਿਤਾਂਤ ਨੂੰ ਲੈ ਕੇ ਆਪਾਂ ਗੱਲਬਾਤ ਕਰਾਂਗੇ। ਪਰ ਜਿਹੜਾ ਸਾਡਾ ਅੱਜ ਦਾ ਵਿਸ਼ਾ ਹੈ, ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਮਹਾਰਾਜ ਕਿਰਪਾ ਕਰ ਰਹੇ ਨੇ, ਪ੍ਰਭ ਕੀ ਆਗਿਆ ਆਤਮ ਹਿਤਾਵੈ, ਜੀਵਨ ਮੁਕਤ ਸੋ ਕਹਾਵੈ, ਤੈਸਾ ਹਰਖ ਤੈਸਾ ਉਸ ਸੋਗ, ਸਦਾ ਆਨੰਦ ਤੈ ਨਹੀਂ ਬਿਯੋਗ। ਰੋਣਾ ਕਲਪਨਾ ਕੁਰਲਾਣਾ ਹੈ ਹੀ ਨਹੀਂ, ਪਰੇਸ਼ਾਨੀ ਉਲਾਮਾ ਉਜਰ ਹੈ ਹੀ ਨਹੀਂ,
नाराजगी है ही नहीं, नैगेटिविटी है ही नहीं, मायूसी है ही नहीं। एक सिख जिन्हें बाणी का यह शब्द पढ़िया, जे सुख दे तां तुझे आराधी, दुख भी तुझे ध्याई, जे भुख दे तां इत ही राजा, दुख विच सूख मनाई। गुरु अर्जन साहब पातशाह जी महाराज नूं कहन लगा भी सच्चे पातशाह, जिन्ना कुछ तुसीं गुरबाणी दे विच लिखिया है ना, मेरे उत्ते किरपा करो, मैनू प्रैक्टिकली कोई ऐसा सिख विखाओ जड़ा दुख विच सुख मनांदा होवे। किते ये जबानी कलामी गल्लां ते नहीं कि ये जीवन की हकीकत है, जीवन की सच्चाई है। धन सतगुरु श्री गुरु अर्जन साहब पातशाह जी महाराज मुस्कुराउंदियां कहन लगे, गुजरात दे विच आ नगर है ते तू भाई ऐस व्यक्ति नूं जाके मिलना है ते मिलन तो बाद फिर साडे कोल वापस हाज़र होना है। हरमंदर साहब दरबार साहब श्री अमृतसर साहब की पावन पवित्र धरती ते वो सिख ने पैंडा शुरू किया। लमेरा पैंडा सी, किन्ने दिन लग गए, अज वांगू साधन नहीं सीगे। पहुंचिया, नगर बहुत वड्डा, पिंड बहुत वड्डा, ते उस वड्डे पिंड दे विच ही एक बहुत वड्डा घर, ते बाहर किसी दुकानदार नूं जाके सवाल किया भी इस नगर दे विच कोई भाई भिखारी नां दा बंदा रहिंदा है? वो दुकानदार कहन लगा, हाँ जी बिल्कुल रहिंदा है। गुरु प्यारी साध संगत, पुछया भी ओदा घर, ते कहन लगे आ सामने जड़ी आलीशान इमारत वेखदा पिया है, ये भाई भिखारी दा घर है। उस सिख दा मत्था टणकिया ते कहन लगा, ना भिखारी ते घर एडा वड्डा, एडा आलीशान। दुकानदार ने फिर गल कही, कहन लगा ओदा नां सुन के सारे ही भुलेखा खा जाते ने, पर यह भी सच है वो किसी ऐरे गैरे दे दर दा भिखारी नहीं हैगा, वो गुरु नानक साहब पातशाह जी महाराज दे दर दा भिखारी है। ते ओदे उत्ते गुरु साहब दी एडी किरपा, एडी चढ़दी कला, हर वेले रब्बी रंग दे विच रंगिया रहिंदा है। ते गुरु प्यारी साध संगत, उस सिख ने जाके भाई भिखारी दा दरवाजा खटखटाया। घर दे विच आनंद कारज दा माहौल, बड़ियां चावां दे नाल, मलारां दे नाल उस सारे उत्सव दी, समागम दी तैयारी की जा रही है। उस सिख ने जाके पूछया की वेला है, की समागम है? कहन लगे परमेश्वर ने एक पुत्र दिता है, वो जवान हो गया है, ओदा आनंद कारज करना है, ओदे वास्ते भैणा भरा साख संबंधी आए ने। ये सारी रोशनी उस खुशी का ही प्रगटावा है। ते गुरु प्यारी साध संगत, एक एक दिन लंघांदियां वो दिन आ गया जदों बच्चे ने बरात लैके जाना है ते डोला अपने घर लैके आना है। सारा कारज मुकम्मल होया। गुरु हुक्मां दे अनुसार नौजवान पुत्र बरात लैके जदों घर अपने वेड़े दे विच पहुंचिया ते भाई भिखारी नूं आवाज मार के कहन लगा, बापू कलेजे दे विच अंतां दी पीड़ उठी है, मेरी जान निकलदी पई। प्यो ने घोड़े तो ला के पुत्र नूं अपनी बुक्कल दे विच लै लिया ते इक्को गल आखी, गुरु नानक साहब नूं चेते कर, रब नूं याद कर। ते वेखदियां वेखदियां जड़ा पुत्र अजे नूह नूं विआह के घर ले आया ते अपनी गोदी दे विच ही उसने अंतम साह लिया। जड़ा सिख गुरु अर्जन साहब नूं सवाल करदा सी, उसने सारे समागमां दे विच शमूलियत की।
ਜਿਵੇਂ ਬਾਣੀ ਪੜ੍ਹੀ ਗਈ, ਜਿਵੇਂ ਘੋੜੀਆਂ ਗਾਈਆਂ ਗਈਆਂ, ਜਿਵੇਂ ਮਾਲਕ ਦੀ ਸਿਫਤੋ ਸਲਾਹ ਕੀਤੀ, ਜਿਵੇਂ ਅਰਦਾਸੀਏ ਸਿੰਘ ਨੇ ਅਰਦਾਸ ਕੀਤੀ, ਹੁਣ ਵਿਆਹੇ ਵਰੇ ਪੁੱਤਰ ਦੀ ਲਾਸ਼ ਬੁੱਕਲ ਦੇ ਵਿੱਚ ਹੈ। ਤੇ ਉਸੇ ਅਰਦਾਸੀਏ ਸਿੰਘ ਨੂੰ ਭਾਈ ਭਿਖਾਰੀ ਕੀ ਕਹਿੰਦਾ, ਸੱਜਣਾ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਬਚਨ ਪੜ੍ਹੀਏ, ਜਿਸ ਕੀ ਬਸਤ ਸੋਈ ਲੈ ਜਾਏਗਾ। ਮੈਂ ਤੁਹਾਨੂੰ ਪਹਿਲਾਂ ਬੇਨਤੀ ਕੀਤੀ, ਗੁਰੂ ਪਿਆਰੀ ਸਾਧ ਸੰਗਤ, ਜਦੋਂ ਦੁਨੀਆ ਤੇ ਕੁਝ ਵਾਪਰਦਾ ਉਹ ਸਾਡੇ ਵਾਸਤੇ ਨਿਊਜ਼ ਹੁੰਦੀ ਹੈ, ਖਬਰ ਹੁੰਦੀ ਹੈ। ਜਦੋਂ ਸਾਡੇ ਘਰ 'ਚ ਕੁਝ ਵਾਪਰਦਾ ਤੇ ਫਿਰ ਸਾਡਾ ਹਿਰਦਾ ਵਲੂੰਦਰਿਆ ਜਾਂਦਾ ਹੈ, ਫਿਰ ਸਾਡੀ ਉਹਦਾ ਰਿਐਕਸ਼ਨ ਹੈ ਜਿਹੜਾ ਉਹ ਹੋਰ ਵੇਂ ਹੁੰਦਾ ਹੈ। ਪਰ ਭਾਈ ਭਿਖਾਰੀ ਦੀ ਮਨੋਦਸ਼ਾ ਕੈਸੀ ਹੈ, ਜਿਹੜਾ ਗੁਰੂ ਕੇ ਲਾਲਾ ਨੂੰ, ਗੁਰੂ ਕੇ ਕੀਰਤਨੀਆਂ ਨੂੰ, ਗੁਰੂ ਕੇ ਅਰਦਾਸੀਏ ਸਿੰਘ ਨੂੰ ਇਹ ਕਹਿ ਰਿਹਾ ਕਿ ਭਾਈ ਸੱਜਣਾ, ਉਸ ਮਾਲਕ ਦੀ ਸਿਫਤੋ ਸਲਾਹ ਕਰਦਿਆਂ ਹੋਇਆਂ, ਸ਼ੁਕਰ ਸ਼ੁਕਰਾਨਾ ਧੰਨਵਾਦ ਕਰਦਿਆਂ ਹੋਇਆਂ ਘਰੋਂ ਬਾਹਰ ਚੱਲੀਏ ਤੇ ਇਹ ਬਚਨ ਪੜ੍ਹੀਏ, ਜਿਸ ਕੀ ਵਸਤ ਸੋਈ ਲੈ ਜਾਏਗਾ, ਰੋਸ ਕਿਸੈ ਸਿਉ ਕੀਜੈ, ਗੁਰਮੁਖ ਹੋਏ ਸੋ ਭਾਣਾ ਮੰਨੈ। ਜੇ ਗੁਰੂ ਦੀ ਮੱਤ ਦਾ ਧਾਰਨੀ ਹੈ ਤੇ ਫਿਰ ਉਹਦੇ ਭਾਣੇ ਨੂੰ ਸੱਤ ਕਰਕੇ ਮੰਨ। ਅਸਲ ਗੱਲ ਕੀ ਹੈ, ਅਸੀਂ ਕਵਾਂਗੇ ਜ਼ਰੂਰ ਕਿ ਰੱਬ ਦਾ ਹੁਕਮ ਹੈ, ਰੱਬ ਦਾ ਭਾਣਾ ਹੈ, ਪਰ ਕਦੋਂ? ਜਦੋਂ ਸਾਡੀ ਸਮਝ ਤੋਂ ਬਾਹਰ ਦੀ ਗੱਲ ਹੋਵੇਗੀ ਜਾਂ ਸਾਨੂੰ ਲੱਗੇਗਾ ਵੀ ਇਸ ਸਾਰੇ ਵਰਤਾਰੇ 'ਚ ਅਸੀਂ ਹੁਣ ਕੁਝ ਨਹੀਂ ਕਰ ਸਕਦੇ, ਪਰ ਆਮ ਹਾਲਾਤਾਂ ਦੇ ਵਿੱਚ ਬੰਦਾ ਜਿੰਨੇ ਜੋਗਾ ਹੈਗਾ ਉਹਦੇ ਤੋਂ ਵਧੇਰੇ ਜ਼ੋਰ ਲਾਉਂਦਾ ਹੈ। ਸੱਚੀ ਗੱਲ ਤੇ ਇਹ ਹੈ, ਸਾਡੇ ਪੰਜਾਬੀ ਦਾ ਅਖਾਣ ਹੈ, ਸਾਨੂੰ ਸਾਰਿਆਂ ਨੂੰ ਯਾਦ ਹੈ, ਆਪਾਂ ਕਹਿੰਦੇ ਆ ਰੱਬ ਦੀ ਮਰਜ਼ੀ ਤੋਂ ਬਿਨਾਂ ਪੱਤਾ ਨਹੀਂ ਹਿਲਦਾ, ਇਸ ਤਰ੍ਹਾਂ ਹੀ ਕਹਿੰਦੇ ਆ ਨਾ ਜੀ। ਤੇ ਬੰਦਾ ਚਾਹੁੰਦਾ ਕੀ ਹੈ, ਮੇਰੀ ਮਰਜ਼ੀ ਤੋਂ ਬਿਨਾਂ ਪੱਤਾ ਨਾ। ਬਸ ਆਹ ਹੀ ਪ੍ਰੋਬਲਮ ਹੈ ਸੰਸਾਰ ਦੀ। ਜਿੱਥੇ ਜਿੱਥੇ ਵੀ ਜਿੰਦਾ ਦਾ ਲੱਗਦਾ, ਨਾ ਰੋਬ ਪਾਣ ਤੋਂ ਪਿੱਛੇ ਹਟਦਾ, ਨਾ ਹਕੂਮਤ ਕਰਨ ਤੋਂ ਪਿੱਛੇ ਹਟਦਾ, ਜਿੰਨਾ ਕਿਸੇ ਦਾ ਢਿੱਲ ਲੱਗਦਾ। ਤੇ ਮੇਰੇ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਚਨ ਪੜ੍ਹਦਿਆਂ ਹੋਇਆਂ ਉਹ ਹੁਣ ਭਾਈ ਭਿਖਾਰੀ ਦਾ ਜਿਹੜਾ ਕਿਰਦਾਰ ਹੈ, ਸਾਡਾ ਅੱਜ ਦਾ ਰਹੋ ਵਾਲਾ ਬੰਦ ਹੈ, ਬਿਨ ਕਰਤੂਤੀ ਮੁਕਤ ਨਾ ਪਾਈਐ। ਸਿੱਖ ਧਰਮ ਨਰੋਲ ਪ੍ਰੈਕਟਿਸ ਅਮਲ ਦਾ ਧਰਮ ਹੈ। ਮੈਨੂੰ ਖਿਮਾ ਕਰਿਆ ਜੇ ਗੁਰੂ ਪੁੱਤਰਾਂ ਨੇ ਸ਼ਬਦ ਦੇ ਉੱਤੇ ਵਿਸ਼ਵਾਸ ਨਹੀਂ ਲਿਆਂਦਾ ਤੇ ਮੇਰੇ ਗੁਰੂ ਨੇ ਉਹਨਾਂ ਨੂੰ ਵੀ ਕਿਹਾ, ਭਾਈ ਮੈਂ ਤੁਹਾਨੂੰ ਮੱਥੇ ਨਹੀਂ ਲਾਣਾ। ਇਹ ਪ੍ਰੈਕਟਿਸ ਦਾ ਇਹਨੂੰ ਗੁਰੂ ਗ੍ਰੰਥ ਸਾਹਿਬ ਨੇ ਕਿਹਾ। ਜਪਜੀ ਸਾਹਿਬ ਦੀ ਪਹਿਲੀ ਪੌੜੀ ਦੇ ਬਚਨ ਕਰਿਆ ਜੇ ਕਿਰਪਾ, ਹੁਕਮ ਰਜ਼ਾਈ ਚੱਲਣਾ, ਪੜ੍ਹਨਾ ਜਾਂ ਸੁਣਨਾ ਨਹੀਂ ਹੈਗਾ, ਸਮਝਣਾ ਨਹੀਂ ਹੈਗਾ, ਉਹਨੂੰ ਅਮਲ ਵਿੱਚ ਲੈ। ਪੋਥੀ ਪੁਰਾਨ ਕਮਾਈਐ, ਭਉ ਵੱਟੀ ਇਤ ਤਨ ਪਾਈਐ, ਸੱਚ ਬੂਝਣ ਆਣ ਜਲਾਈਐ, ਇਹ ਤੇਲ ਦੀਵਾ ਇਉਂ ਜਲੈ, ਕਰ ਚਾਨਣ ਸਾਹਿਬ ਤੋ ਮਿਲੈ। ਤੇ ਗੁਰੂ ਪਿਆਰੀ ਸਾਧ ਸੰਗਤ, ਹਰਿਮੰਦਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੋਂ ਗੁਰੂ ਅਰਜਨ ਸਾਹਿਬ ਦੇ ਕੋਲੋਂ ਆਗਿਆ ਲੈ ਕੇ ਜਿਹੜਾ ਸਿੱਖ ਆਇਆ ਤੇ ਜਿਹਦੀਆਂ ਅੱਖਾਂ ਦੇ ਸਾਹਮਣੇ ਆਨੰਦ ਕਾਰਜ ਹੋਇਆ, ਉਹਨੇ ਉਦੋਂ ਵੀ ਭਾਈ ਭਿਖਾਰੀ ਦਾ ਚਿਹਰਾ ਵੇਖਿਆ ਜਦੋਂ ਪੁੱਤਰ ਜਵਾਨ ਦੀ ਲਾਸ਼ ਗੋਦੀ ਦੇ ਵਿੱਚ ਹੈ। ਉਦੋਂ ਵੀ ਭਾਈ ਭਿਖਾਰੀ ਦਾ ਚਿਹਰਾ ਵੇਖਿਆ, ਭੋਰਾ ਮਾਤਰ ਫਰਕ ਨਹੀਂ। ਤੁਸੀਂ ਮੈਨੂੰ ਦੱਸੋ ਉਸ ਵੇਲੇ ਉਹ ਕਿੰਨਾ ਕੁ ਧੰਨਵਾਦੀ ਹੁੰਦਾ ਹੋਵੇਗਾ ਗੁਰੂ ਅਰਜਨ ਸਾਹਿਬ ਦਾ, ਗੁਰੂ ਨਾਨਕ ਸਾਹਿਬ ਦਾ। ਕੈਸੇ ਉਹਦੇ ਅਲਫਾਜ਼ ਹੋਣਗੇ ਵੀ ਗੁਰਬਾਣੀ ਦੇ ਵਿੱਚ ਜੋ ਕੁਝ ਦੱਸਿਆ, ਜੋ ਕੁਝ ਪੜ੍ਹਾਇਆ, ਜੋ ਕੁਝ ਸਮਝਾਇਆ, ਸਿਖਾਇਆ ਗਿਆ, ਇਹਦਾ ਸੰਬੰਧ ਪੜ੍ਹਨ ਸੁਣਨ ਤੇ ਬੋਲਣ ਨਾਲ ਨਹੀਂ ਹੈਗਾ, ਇਹਦਾ ਸੰਬੰਧ ਜ਼ਿੰਦਗੀ ਜਿਉਣ ਦੇ ਨਾਲ ਹੈ। ਇੱਕ ਵਿਦਵਾਨ ਸੱਜਣ ਜਿਹਨੇ ਦੁਨੀਆ ਭਰ ਦੇ ਗ੍ਰੰਥ ਪੜ੍ਹੇ, ਧਾਰਮਿਕ ਗ੍ਰੰਥ, ਆਵਾਜ਼ ਦੂਰ ਤੱਕ ਜਾਰੀ, ਮੈਂ ਤੁਹਾਨੂੰ ਪਹਿਲਾਂ ਬੇਨਤੀ ਕੀਤੀ, ਉਹਨੂੰ ਪੁੱਛਿਆ ਗਿਆ ਵੀ ਨੌਜਵਾਨਾਂ ਦਾ ਧਰਮ ਤੋਂ ਬੇਰੁਖੀ ਦਾ ਕਾਰਨ ਕੀ ਹੈ। ਮੈਂ ਵੀ ਉਹਦੇ ਵਿੱਚ ਹੀ ਸ਼ਾਮਲ ਹਾਂ, ਗੁੱਸਾ ਨਾ ਕਰਿਆ ਜੀ, ਕਰੜੀ ਹੈ ਗੱਲ ਥੋੜੀ ਜੀ।
ते कहन लगा सिर्फ इक्को कारण है, धर्म दीयां गल्लां करन वालियां दा अपना धर्म अपना जीवन धर्म ही नहीं है। वो सिर्फ गल्लां ही करते ने भी फलाने ने इंज करता, इन्हें इंज करता, इन्हें, पर आप उस अमल नूं अपनी जिंदगी दे विच नहीं मानते। एक कौड़ी सच्चाई है। वापस आ गया भाई भिखारी दे बच्चे दी अंतम अरदास तो बाद वो सिख गुरु अर्जन साहब दे कोल ऐसा चरनां दे उत्ते सीस रखिया, चुकन नूं जी ना करे। धन धन कहंदा होया इक्को गल ही आखी जाए, दाता धन तुसी हो, धन तुहाडे सिख ने, धन तुहाडी सिੱਖੀ है। जड़े बोल उथे गुरु अर्जन साहब पातशाह जी महाराज ने आखे, जिवें साडे साखीकारां ने दर्ज कीते ने, इनू नोट करिया जी साध संगत। जपजी साहब दा सब नालों पहला टीका होया सूरज प्रताप ग्रंथ दे करता भाई संतोख सिंह ने कीता, ते उस ग्रंथ दा नाम है गर्भगंजनी टीका। गुरु अर्जन साहब पातशाह जी महाराज कहन लगे, सज्जना वक्त दर वक्त गुरबाणी दे अर्थ कीते जाणगे, बोल के लिख के दुनिया नूं दसे जाणगे, पर एक गल चेते रखी, गुरबाणी बोल के दसन दा जां लिख के दसन दा विशा नहीं हैगा, गुरबाणी ते जिंदगी जिउण दा विशा है। गुरबाणी जिंदगी दा रस मानण दा विशा है। गुरबाणी नूं जिंदगी विच धारण करके रब तक पहुंच किवें कीती जा सकदी है, रब विच किवें समाया जा सकदा है, संसारक अलामतां तो किवें मुक्त होया जा सकदा है, जिन्हों गुरु अर्जन साहब पातशाह जी महाराज कह रहे ने, प्रभ की आज्ञा आत्म हितावै, जीवन मुकत सोऊ कहावै, तैसा हरख तैसा उस सोग, सदा आनंद तै नहीं बेयोग, तैसा स्वर्ण तैसी उस माटी, तैसा अमृत तैसी बिख खाटी, तैसा मान तैसा अभिमान, तैसा रंक तैसा राजान, जो वर्ताए साई जुगत, नानक ओ पुरख कहिए जीवन मुक्त। आखो प्यार नाल सतनाम। जे भाई इन्हां पंक्तियां दी कसवट्टी दे उत्ते कोई भी तुहानू नजर आउंदा होवे, गुरु तेग बहादुर साहब जी का शब्द पढ़ लीए, जो नर दुख में दुख नहीं मानै, सुख स्नेह अर भै नहीं जांकै, कंचन माटी मानै, न निंदिया न उस्तत जांकै, लोभ मोह अभिमाना, हरख सोग ते रहै न्यारो, नाहे मान अपमाना। धन सतगुरु श्री गुरु गोबिंद सिंह पातशाह जी महाराज, उम्र 9 साल है। भाई जैता जी रंगरेटे गुरु के बेटे, 9 साल का गुरु जिन्हों पुत्र कह रहे हैं, इतिहासकारां ने ओदी उम्र 40 तो 45 साल लिखी है रंगरेटे दी, भाई जैते दी, भाई जीवन सिंह दी। प्यो की उम्र 9 साल ते पुत्र की उम्र 45 साल। जदों दिल्ली तो चल के ये पड़ा बहुत गजब का पड़ा है, ये ते लमेरी गलबात की जा सकती, पर मैं टूक मात्र बेनती करनी। जदों कीरतपुर साहब की पावन पवित्र धरती के उत्ते धन सतगुरु श्री गुरु तेग बहादुर साहब पातशाह जी महाराज का जड़े मनुखी हक्कां दे इस संसार दे विच राखे ने, उन्हां दा सीस लैके पुजा, ते जदों बाल गोबिंद राय ने इस तरह झोली करके अपने पिता जी का सीस झोली विच पवाया। साध संगत, मेरा सवाल सिर्फ इन्ना है कि ओदियां अखां विच नीर है, कि ओदे चेहरे दे उत्ते कोई मायूसी, कोई नाराजगी, कोई झरोखा, कोई उलामा है? मेरे ख्याल दे विच
ਜਿਹੜਾ ਮਰਾਤਬਾ ਇਸ ਧਰਮ ਦੀ ਦੁਨੀਆ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦੇ ਹਿੱਸੇ ਆਇਆ, ਇਹ ਗੱਲ ਵੱਖਰੀ ਹੈ ਕਿ ਉਹ ਲੋਕ ਐਡੇ ਅਕਿਰਤ ਘਣ ਨੇ, ਉਹਨਾਂ ਦੇ ਵਿੱਚ ਜ਼ਰੂਰਤ ਹੀ ਨਹੀਂ ਹੈਗੀ ਇਹ ਗੱਲ ਕਹਿਣ ਦੀ ਕਿ ਏਸ਼ੀਆ ਦੀ ਧਰਤੀ ਦੇ ਉੱਤੇ ਇੱਕ ਐਸਾ ਰਹਿਬਰ ਹੋਇਆ ਜਿਹੜਾ ਨਾ ਤਿਲਕ ਲਾਂਦਾ ਸੀ, ਨਾ ਜਨੇਊ ਪਾਉਂਦਾ ਸੀ, ਤੇ ਕਿਸੇ ਦੂਜੇ ਦੇ ਵਾਸਤੇ ਸਿਰਫ ਇੰਨੀ ਗੱਲ ਦੇ ਉੱਤੇ ਕਿ ਕਸ਼ਮੀਰੀ ਪੰਡਤਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਮਹਾਰਾਜ ਦੇ ਸਨਮੁਖ ਸਰੈਂਡਰ ਕਰਕੇ ਇਹ ਗੱਲ ਆਖੀ, ਸੱਚੇ ਪਾਤਸ਼ਾਹ ਤੁਹਾਡੀ ਬਾਣੀ ਕਹਿੰਦੀ ਹੈ, ਜਾਂ ਕੋ ਮੁਸ਼ਕਲ ਅਤ ਬਣੈ ਢੋਈ ਕੋਏ ਨਾ ਦੇ, ਲਾਗੂ ਹੋਏ ਦੁਸ਼ਮਨਾ ਸਾਕ ਪੇ ਭੱਜ ਖਲੇ, ਸਭੋ ਭਜੈ ਆਸਰਾ ਚੁਕੈ ਸਭ ਅਸਰਾਓ, ਚਿਤ ਆਵੈ ਓਸ ਪਾਰ ਬ੍ਰਹਮ ਲੱਗੈ ਨਾ ਤਤੀ, ਤਾਤੀ ਵਾਓ ਨਾ ਲੱਗਈ ਪਾਰ ਬ੍ਰਹਮ ਸ਼ਰਨ ਆਈ, ਜੋ ਗਿਰਦ ਹਮਾਰੇ ਰਾਮ ਕਾਰ ਦੁਖ ਲੱਗੈ ਨਾ ਪਾਈ। ਤੇ ਗੁਰੂ ਪਿਆਰੀ ਸਾਧ ਸੰਗਤ, ਪਿਤਾ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਮਹਾਰਾਜ ਦਾ ਸੀਸ ਆਪਣੀ ਝੋਲੀ ਦੇ ਵਿੱਚ 9 ਸਾਲ ਦੀ ਉਮਰ ਦੇ ਵਿੱਚ ਪਵਾਇਆ। ਬਾਕੀ ਸਾਰੀ ਜ਼ਿੰਦਗੀ ਨੂੰ ਜਦੋਂ ਆਪਣੀ ਸੁਰਤ ਦੇ ਵਿੱਚ ਸਿੱਖ ਲੈ ਕੇ ਆਵੇਗਾ ਤੇ ਕੋਟਾਨ ਕੋਟ ਰੋਮ ਰੋਮ ਗੁਰੂ ਦਾ ਸ਼ੁਕਰ ਕਰੇਗਾ, ਗੁਰੂ ਦਾ ਧੰਨਵਾਦੀ ਹੋਏਗਾ। ਅੱਜ ਮੇਰੇ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਮਹਾਰਾਜ ਕਿਰਪਾ ਬਖਸ਼ਿਸ਼ ਕਰ ਰਹੇ ਨੇ। ਬੇਨ ਕਰ ਤੂਤੀ ਮੁਕਤ ਨਾ ਪਾਈਐ, ਕਰਤੂਤ ਦੇ ਅਖਰੀ ਅਰਥ ਵਿਦਵਾਨਾਂ ਨੇ ਇੱਥੇ ਲਿਖੇ ਨੇ, ਬਗੈਰ ਅਮਲ ਤੋਂ, ਬਗੈਰ ਇੰਪਲੀਮੈਂਟੇਸ਼ਨ ਤੋਂ, ਬਗੈਰ ਗੁਰੂ ਦੇ ਕਹੇ ਹੋਏ ਬਚਨਾਂ ਨੂੰ ਆਪਣੇ ਸੁਭਾਅ ਦਾ ਹਿੱਸਾ ਬਣਾਇਆ। 2 ਕਵਿਤ ਭਾਈ ਗੁਰਦਾਸ ਜੀ ਹੋਰਾਂ ਦੇ ਕਹਿਣੇ ਨੇ, ਜਿਹਦੇ ਨਾਲ ਸਾਨੂੰ ਪਤਾ ਲੱਗ ਜਾਏਗਾ ਵੀ ਸਾਡੀ ਹਾਲਤ ਕੀ ਹੈ। ਭਾਈ ਗੁਰਦਾਸ ਜੀ ਕਹਿਣ ਲੱਗੇ, ਜੇ ਕੋਈ ਬੰਦਾ ਸਾਰਾ ਦਿਨ ਇਸ ਜ਼ੁਬਾਨ ਦੇ ਨਾਲ ਖੰਡ ਖੰਡ ਕਹੀ ਜਾਏ, ਪਰ ਖੰਡ ਨੂੰ, ਸ਼ੂਗਰ ਨੂੰ ਰਸਨਾ ਦੇ ਉੱਤੇ ਨਾ ਰੱਖੇ, ਤੇ ਕੀ ਉਸ ਨੂੰ ਖੰਡ ਦੇ ਸਵਾਦ ਦਾ ਪਤਾ ਲੱਗ ਜਾਏਗਾ? ਪਹਿਲੀ ਪੰਕਤੀ ਹੈ, ਖਾਂਡ ਖਾਂਡ ਕਹਿ ਜਿਹਬਾ ਨਾ ਸਵਾਦ ਮੀਠੋ ਆਵੇ, ਆਗਨ ਆਗਨ ਕਹਿ, ਬੰਦਾ ਹੀਟ ਨਾ ਆਉਣ ਕਰੇ ਤੇ ਸਿਰਫ ਇੰਨਾ ਹੀ ਕਹਿੰਦਾ ਰਵੇ ਵੀ ਅੱਗ ਅੱਗ ਅੱਗ। ਤੇ ਭਾਈ ਗੁਰਦਾਸ ਜੀ ਕਹਿਣ ਲੱਗੇ, ਤੇਰੇ ਭਾਈ ਇਸ ਤਰ੍ਹਾਂ ਕਹਿਣ ਦੇ ਨਾਲ ਸ਼ੀਤ ਨਾ ਵਿਨਾਸ਼ ਹੈ, ਜਿਹੜੀ ਠੰਡ ਹੈ ਉਹ ਦੂਰ ਹੋਣ ਵਾਲੀ ਨਹੀਂ ਹੈਗੀ। ਜਦੋਂ ਸਿੱਖ ਇਸ ਫਰਕ ਨੂੰ ਮਨ ਕਰਕੇ ਰਿਅਲਾਈਜ਼ ਕਰੇਗਾ, ਜਿਨ੍ਹਾਂ ਨੂੰ ਭਾਈ ਪੰਕਤੀਆਂ ਯਾਦ ਨੇ ਜ਼ਰੂਰ ਕਿਰਪਾ ਕਰਿਆ ਜੇ। ਪਾਠ ਪੜ੍ਹਿਓ ਅਰ ਵੇਦ ਵਿਚਾਰਿਓ, ਨਿਵਲ ਭੁਯੰਗਮ ਸਾਧੇ, ਪੰਚ ਜਣਾ ਸਿਓ ਸੰਗ ਨਾ ਛੁਟਕਿਓ, ਸਗੋਂ ਹੋਇਆ ਕੀ ਹੈ, ਆਦਿਕ ਅਹੰਗ ਬੁੱਧ ਬਾਧੇ, ਪਿਆਰੇ ਇਨ ਵਿਦ ਮਿਲਣ ਨਾ ਜਾਈ। ਜਿਹੜੇ ਤਰੀਕੇ ਨਾਲ ਤੂੰ ਚਾਹਨਾ ਵੀ ਰੱਬ ਖੁਸ਼ ਹੋ ਜਾਏ, ਸੱਚੇ ਪਾਤਸ਼ਾਹ ਜੀ ਮਹਾਰਾਜ ਤੁਸੀਂ ਕਿਰਪਾ ਕਰੋ, ਫਿਰ ਕਿਵੇਂ ਜੀਵਨ ਦਾ ਬੇੜਾ ਬੰਨੇ ਲੱਗੇਗਾ। ਪਿਆਰੇ ਇਨ ਵਿਦ ਮਿਲਣ ਨਾ ਜਾਈ, ਮੈਂ ਕੀਏ ਕਰਮ ਅਨੇਕਾਂ, ਹਾਰ ਪਰਿਓ ਸੁਆਮੀ ਕੈ ਦੁਆਰੈ, ਦੀਜੈ ਬੁੱਧ ਬਬੇਕਾ। ਬਾਬਾ ਕਬੀਰ ਜੀ ਦਾ ਇੱਕ ਸ਼ਬਦ ਹੈ ਜੀ, ਕਹਿੰਦੇ ਨੇ, ਝਗੜਾ ਏਕ ਨਬੇਰੋ ਰਾਮ, ਜੋ ਤੁਮ ਆਪਣੇ ਜਨ ਸਿਉ ਕਾਮ। ਝਗੜਾ ਕੀ ਹੈ ਜੀ? 2 ਮਨੁੱਖ ਜਿਹੜੇ ਸਮਾਧੀ ਲਾ ਕੇ ਬੈਠੇ ਨੇ, ਸਮੇਂ ਨੇ ਆਪਣਾ ਪੰਧ ਮੁਕਾ ਲਿਆ, ਤੇ ਮੈਂ ਇਹ ਜ਼ਰੂਰੀ ਬੇਨਤੀ ਕਰਨ ਲੱਗਾ, ਇਕਾਗਰਤਾ ਦੇ ਨਾਲ ਸਰਵਣ ਕਰਿਆ ਜੀ ਸਾਧ ਸੰਗਤ। ਹੁਣ ਬਾਹਰੀ ਵੇਖਣ ਦੇ ਵਿੱਚ ਸਾਡੀ ਕੋਈ ਮੂਵੀ ਬਣਾ ਲੈ, ਜਾਂ ਮੈਨੂੰ ਇਸ ਤਰ੍ਹਾਂ ਬੋਲਦਿਆਂ ਵੇਖੇ, ਤੁਹਾਨੂੰ ਇਸ ਤਰ੍ਹਾਂ ਸੁਣਦਿਆਂ ਵੇਖੇ, ਤੇ ਉਹਦੇ ਦਿਮਾਗ 'ਚ ਇੱਕੋ ਦਮ ਹੀ ਇਹ ਜਿਹੜਾ ਸਾਰਾ ਮਾਹੌਲ ਬਣਿਆ ਇਹਦੇ ਪ੍ਰਤੀ
पॉजिटिव वाइब आउणियां ने, विद्वान चलदा पिया, सत्संग लगा होया ते शब्द की विचार की जा रही है। मेरी बेनती वल ध्यान दिया जे ते गुस्सा ना करिया जे, तगड़ा मन करके सुनिया जे जिहड़ी मैं गल कहनी चाहुंदा। पर गुरु प्यारी साध संगत, जदों गुरु ग्रंथ साहब दे विच सतसंग दी, गुरु दे संगत दी गल आउंदी है ना, ते जड़े सज्जणा दा ध्यान इस वेले भी शब्द विच बाणी विच नहीं हैगा, ते जिथे ध्यान लगा होया है वो उसे दी संगत विच ने, वो इस वेले इस थां ते बह के भी गुरु दी संगत विच नहीं है। दूजा पासा जिहड़े घरां दे विच बह के भी बड़े ध्यान दे नाल अपनी सुरत नूं शब्द नाल जोड़िया होया है, इनू गुरु अर्जन साहब पातशाह जी महाराज कहते हैं जी, गुर सभा एव ना पाई है, ना नेड़े ना दूर। फिजिकली तू किथे है डज नॉट मैटर, कोई फर्क नहीं पैंदा। हाँ इस गल नाल फर्क जरूर पैंदा है, गुर सभा एव ना पाई है, ना नेड़े ना दूर। नानक सतगुर तां मिलै, जां मन रहे हदूर। एक बंदा अखां मीट के बैठा है, हर मत्था टेकन वाले नूं ये गल कह रहा है, तुसी इत्थे ध्यान टकाओ, मैं तुहानूं तिन्नां लोकां दे दर्शन करवाना, पताल च भी लैके जावांगा, आसमान च भी लैके जावांगा। ते हर बंदा जड़ा उत्थे आउंदा है उहनूं मत्था टेकदा है, उहने एक भांडा रखिया है जिहदे विच हर कोई मत्था टेकन वाला माया पाउंदा है। गुरु नानक साहब पातशाह जी महाराज भाई मरदाने नूं कहन लगे भी इहदा जड़ा ये डब्बा है इहनूं पासे कर दे माया वाले नूं। हुण उहनूं झट बाद टक दी आवाज़ सुनींदी सी, उहनूं पता सी भी मेरा कारोबार चलदा पिया है। जदों वो आवाज़ आनी बंद हो गई, उन्हें भाई अखां खोल लईआं, अखां खोलियां। बहुत ही धार्मिक दुनिया की यह हालत है, मैनूं खिमा करिया जी। अग बबूला हो गया, ये माया वाला डब्बा किन्ने हटाया, लोटा किन्ने पासे कीता। सच्चे पातशाह जी महाराज धन सतगुरु श्री गुरु नानक साहब मुस्कुराउंदियां कहन लगे, तेनों भी तिन्ना लोकां दा ज्ञान है, तू लोकां नूं भी तिन्ना लोकां दे दर्शन करवाउंदा है। बस उसे बिरती नाल अखां मीट ते सानू सारियां नूं दस भी वो माया वाला डब्बा कित्थे है। जिस दिन इन्नी कु जागृति भी धार्मिक दुनिया च आ जाएगी ना, मेरा यकीन करिया जी, फिर ना कोई हथ वेखण वाला, ना कोई जादू टूने करन वाला, ना कोई झाड़ फूक करन वाला सिख नूं ठग सकेगा, लुट सकेगा। जड़े विचारे हथ वेख के साडी किस्मत दसदे ने, असलीयत यह है भी उन्हां दा रोजगार ही इसे गल दे उत्ते टिकिया है। साडी अदले बदले कोई फर्क नहीं पैंदा, जड़े आपां चार छिल्लड़ देने ने ओदी ते जिंदगी बदल ही जाती है। जिन्ना एक्सप्लोइटेशन धर्म दे नां ते संसार दे विच है, इन्नी किसी होर नां दे थल्ले नहीं है। बड़ा डिफिकल्ट है। ये बचन गुरु ग्रंथ साहब दे ने, मैं जानिया वड हंस है तां मैं किया संग, जे जाना बग बपड़ा जन्म ना देंदी अंग। मैं चिट्टे कपड़े वेखे, समाधि लाया वेख्या ते मैं हैरान रह गया, पर हजूर कहन लगे समाधि बगले वाली सी। क्या बग बपड़ा छपड़ी नहाए, कीचड़ डूबे मैल ना जाए। फिर वापस आ जाइए, जड़ी मैं बेनती कर रहा था। गुरु नानक साहब पातशाह जी महाराज कहन लगे, भाई तू तिन्ना लोकां दे आप दर्शन करना है, संगत नूं भी करवाउणा है। ते अजकल बड़ा पॉपुलर होया है, वो फेसबुक ते मीडिया दे उत्ते आने वाले मत्था टेकन वाले बंदे दी जानकारी लैके ते उहदे तो बाद आप अंतरयामी बन के दसदा ते वाहवा पॉपुलर होया पिया बंदा। इन्हां दे बाबत गुरु ग्रंथ साहब ने पता की क्या, माथे तिलक
बचन जे याद ने तो करो कृपा। माथे तिलक हाथ माला बाना, लोगन राम खिलौना जाना। रब नूं भी इन्हां लोकां ने खेड। हिरदे कपट मुख ज्ञानी, झूठे कहा बिलोवस पानी। काया मांजस कौन गुना, जो घट पीतर है मलना। लौकी 68 तीरथ नाई, कौरापन तऊ ना जाई। धन सतगुरु श्री गुरु ग्रंथ साहब जी किरपा बख्शिश करन। समय ने अपना पंध मुका लिया। तुहाडी एकाग्रता वेखदे हां, मन नहीं करता कि समाप्ति की जाए। कल नूं फिर आपां इसे शब्द नूं लै के अगे टुरांगे। सिर्फ अखीरली बेनती, ये बचन जरूर चेते कर लो। भगत जी कहंदे ने गुरु ग्रंथ साहब दे विच, मोए होए मरण तो बाद जे मुक्त देहोगे, भी जे रब्बा मैनू मुक्ति देनी हो, ते भगत जी कहन लगे भी मैं फिर ओहदा चार पाना है। मुक्त ना जानना कोयला, ओ भाई मेरे किसे काम दी नहीं। जे कोई मुक्ति ना दी कोई खेड़ है, ते महाराज जिउंदे जी मेरी झोली विच पा। ते गुरु ग्रंथ साहब ने सिख नूं जिउंदे विकारां तो मुक्त कीता, निर्लेप कीता। इन्नियां बेनतियां प्रवान करिया जी। भुल्लां चुकां लई खिमा। अज समुची सिख कौम भाई संदीप सिंह दीप सिद्धू नूं चेते कर रही है। भाई ऐतवार के दीवान विच गुरुद्वारा साहब वालों उचेचे प्रोग्राम उलीके गए ने। उस संदर्भ दे विच आपां ऐतवार के दीवान विच गलबात करांगे। किसी भी भुल चुक लई खिमा। गुरफतेह दी सांझ करो। आखो जी वाहिगुरू जी का खालसा, वाहिगुरू जी की फतेह। गुरु प्रसाद संगत जी आप जी